ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਮਹੱਲਾ ਚੌਥਾ। ਜਿਉ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਝਾਰ। ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ। ਜਿਉ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਝਾਰ। ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ। ਤਿਉ ਸਤਿਗੁਰ ਗੁਰ ਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਮੇਰੇ RAM ਹਮ ਬਾਰਕ, ਹਰ ਪ੍ਰਭ ਕੇ ਹੈ ਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਜਿਨ ਹਰਿ ਉਪਦੇਸ਼ ਦੇ ਕੀਏ ਸਿਆਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰੂ ਗੋਦ ਵਿੱਚ ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰਦੇਵ ਤਿਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸਾਰੇ ਸਮਾਗਮ ਹੋ ਰਹੇ ਹਨ। ਸੋ ਆਓ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚ ਗੌੜੀ ਬੈਰਾਗਣ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਹਨ ਉਹ ਹਨ, ਮੇਰੇ RAM। RAM ਤੋਂ ਭਾਵ ਹੈ ਰਮਿਆ ਹੋਇਆ ਪਰਮਾਤਮਾ, ਉਹ ਵਾਹਿਗੁਰੂ। ਤੇ ਆਰੰਭਕ ਬਚਨ ਨੇ, ਜਿਉ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਝਾਰ। ਤੇ ਜਦੋਂ ਇਸ ਸ਼ਬਦ ਨੂੰ ਮੈਂ ਪੜ੍ਹ ਰਿਹਾ ਸਾਂ ਤਾਂ ਇੱਕਦਮ ਮੇਰੇ ਮਨ ਵਿੱਚ ਇਹ ਖਿਆਲ ਵਿਚਾਰ ਜੋ ਗੁਰੂ ਨੇ ਬਖਸ਼ੇ ਕਿ ਸਤਿਗੁਰੂ ਜੀ ਤੁਹਾਡੀ ਸਿਰਫ 7 ਸਾਲ ਦੀ ਉਮਰ ਸੀ ਜਦੋਂ ਤੁਹਾਡੇ ਸਿਰ ਤੋਂ ਮਾਤਾ ਪਿਤਾ ਦਾ ਜਿਹੜਾ ਛਾਇਆ ਸੀ ਉਹ ਉੱਠ ਗਿਆ। ਪਰ ਆਪ ਜੀ ਇਸ ਸ਼ਬਦ ਵਿੱਚ ਗੱਲ ਕਰਦੇ ਹੋ ਮਾਤਾ ਪਿਤਾ ਦੀ, ਬੜੀ ਹੈਰਾਨਗੀ ਹੋਈ। ਤੇ ਫਿਰ ਇਸ ਸ਼ਬਦ ਨੂੰ ਮੈਂ ਅੱਜ ਚੁਣਿਆ ਆਧਾਰ ਬਣਾ ਕੇ। ਸ਼ਬਦ ਲੰਬੇ ਰਹਿ ਪਰ ਜਿੰਨੀ ਕੁ ਵਿਚਾਰ ਹੋਏਗੀ ਆਪਾਂ ਕਰਾਂਗੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਜੇ ਅਜੋਕੇ ਕੈਲੰਡਰ ਮੁਤਾਬਕ ਦੇਖੀਏ ਤਾਂ 9 ਅਕਤੂਬਰ ਹੈ, ਪਰ ਉਸ ਸਮੇਂ 24 ਸਤੰਬਰ 1534 ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਭਾਈ ਹਰਦਾਸ ਜੀ ਦੇ ਘਰ ਅਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ। ਸਮਾਂ ਗੁਜ਼ਰਦਾ ਗਿਆ
ਰੱਬ ਦੀ ਨੇਤ ਕਿ ਮਾਤਾ ਪਿਤਾ 7 ਕੁ ਸਾਲ ਦੀ ਉਮਰ ਹੈ, ਅੱਗੋਂ ਪਿੱਛੋਂ ਉਹ ਚੜ੍ਹਾਈ ਕਰ ਗਈ। ਪਿਤਾ ਵੀ ਚਲਿਆ ਗਿਆ, ਮਾਤਾ ਵੀ ਚਲੀ ਗਈ। ਹੁਣ ਜਿਹੜੇ ਗਲੀ ਗਵਾਂਢ ਨੇ, ਰਿਸ਼ਤੇਦਾਰ ਨੇ, ਚਾਚੇ ਤਾਏ ਨੇ, ਕੋਈ ਵਿਰਲਾ ਹੋਵੇ ਤੇ ਕਹਿ ਨਹੀਂ ਸਕਦੇ ਵੀ ਜਿਹੜਾ ਪਿਓ ਜਾਂ ਮਾਂ ਵਾਲਾ ਪਿਆਰ ਮਿਲੇ, ਪਰ ਕੰਮ ਔਖਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਜਦੋਂ ਪਾਵਨ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਅਜੋਕੇ ਸਮੇਂ ਦਾ ਜਿਹੜਾ ਨਕਸ਼ਾ ਹੈ, ਜੋ ਹੋਣਾ ਸੀ, ਜੋ ਵਾਪਰਨਾ ਸੀ, ਉਹ ਬਾਣੀ ਵਿੱਚ ਪਹਿਲਾਂ ਹੀ ਉਹਨਾਂ ਨੇ ਲਿਖ ਦਿੱਤਾ ਹੈ। ਉਹ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਸੇ ਪਾਈ ਹੈ, ਠੇਠ ਪੰਜਾਬੀ, ਭਾਵ ਗਵਾਂਢੀ ਤੋਂ। ਮਾਲਕ ਵਾਹਿਗੁਰੂ ਨਾ ਕਰੇ, ਰੱਬ ਨਾ ਕਰੇ ਕਿਸੇ ਬੱਚੇ ਦਾ ਪਿਓ ਦੁਨੀਆ ਤੋਂ ਚਲਿਆ ਗਿਆ, ਪਰ ਜੇ ਕੋਈ ਗਵਾਂਢੀ ਜਾਂ ਚਾਚਾ ਤਾਇਆ ਕਵੇ ਕਿ ਮੈਂ ਉਹਦੇ ਪਿਆਰ ਦੀ ਘਾਟ ਨੂੰ ਪੂਰਿਆਂ ਕਰ ਸਕਦਾ, ਗੁਰਬਾਣੀ ਕਹਿੰਦੀ ਕਦੀ ਹੋ ਨਹੀਂ ਸਕਦਾ। ਤੇ ਜਿੱਥੇ ਪਿਓ ਦੀ ਗੱਲ ਗੁਰਬਾਣੀ ਕਰਦੀ ਹੈ, ਉੱਥੇ ਸਤਿਗੁਰੂ ਜੀ ਮਾਂ ਦੀ ਵੀ ਕਰਦੇ ਨੇ। ਵਾਹਿਗੁਰੂ ਨਾ ਕਰੇ ਜੇ ਕਹਿੰਦੇ ਮਾਂ ਚਲੀ ਜਾਵੇ, ਤੇ ਮਾਂ ਦਾ ਪਿਆਰ ਵੀ ਚਾਚੀਆਂ ਤਾਈਆਂ ਮਾਸੀਆਂ ਤੋਂ ਕਦੇ ਨਹੀਂ ਮਿਲਦਾ। ਜੋ ਮਾਂ ਨੇ ਪਿਆਰ ਦੇਣਾ ਹੈ ਤੇ ਜੋ ਪਿਓ ਨੇ ਦੇਣਾ ਹੈ, ਦੋਵਾਂ ਦਾ ਜੀਵਨ ਦੇ ਵਿੱਚ ਰੋਲ ਬਹੁਤ ਵੱਡਾ ਹੁੰਦਾ ਹੈ। ਜੇ ਮਾਂ ਆਪਣੇ ਗਰਭ ਦੇ ਵਿੱਚ, ਬਾਣੀ ਨੇ ਜ਼ਿਕਰ ਕੀਤਾ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਤੇ ਗੁਰਦੇਵ ਨੇ ਬਾਣੀ ਵਿੱਚ ਜ਼ਿਕਰ ਕੀਤਾ, ਗੰਢੇਂਦਿਆਂ 6 ਮਾਹ ਤੁੜੇਂਦਿਆਂ 1 ਖਿਨੋ। ਪ੍ਰਕਿਰਤੀ ਦਾ ਨੇਮ ਹੈ ਕਿ ਜੀਵ ਦਾ ਸਰੀਰ ਦੀ ਬਣਤਰ 6 ਮਹੀਨਿਆਂ ਵਿੱਚ ਬਣਦੀ ਹੈ। ਪ੍ਰਕਿਰਤੀ ਦਾ ਨੇਮ ਹੈ ਕਿ ਜੀਵ ਨੇ ਜਦੋਂ ਸੰਸਾਰ ਵਿੱਚ ਆਉਣਾ, ਸਰੀਰ ਦੀ ਬਣਤਰ ਬਣ ਕੇ ਤਿਆਰ ਹੋ ਜਾਂਦੀ ਹੈ, ਤੇ ਫਿਰ 9ਵੇਂ ਮਹੀਨੇ ਜੀਵ ਦਾ ਜਨਮ ਹੁੰਦਾ ਹੈ, ਕਿਉਂਕਿ ਅਸੀਂ ਤੁਸੀਂ ਸਭ ਦਾ ਜਨਮ ਐਦਾਂ ਹੀ ਹੋਇਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿੱਥੇ ਮਾਂ ਦੀ ਦੇਣ ਬਹੁਤ ਵੱਡੀ ਹੈ, ਉਥੇ ਪਿਓ ਦੀ ਦੇਣ ਦਾ ਵੀ ਜ਼ਿਕਰ ਕੀਤਾ ਹੈ। ਤੇ ਜਦੋਂ ਮੈਂ ਸ਼ਬਦ ਪੜ੍ਹਿਆ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਅੱਖਾਂ ਦੇ ਸਾਹਮਣੇ ਆਇਆ, ਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਝਲਕ ਪੈਂਦੀ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਜੋ ਮੇਰੇ ਮਨ ਦੀ ਵੇਦਨਾ ਹੈ, ਜੋ ਮੇਰੇ ਮਨ ਦੇ ਵਿੱਚ ਉਸ ਮਾਲਕ ਵਾਹਿਗੁਰੂ ਮਿਲਣ ਦੀ ਪੀੜਾ ਹੈ, ਸਾ ਬਿਦ, ਉਹ ਜਿਹੜੀ ਵਿਧੀ ਹੈ, ਜਿਹੜੀ ਅੰਦਰ ਦੀ ਵੇਦਨਾ ਹੈ, ਉਹ ਸਿਰਫ ਤੁਸੀਂ ਜਾਣਦੇ ਹੋ, ਕੋਈ ਦੂਜਾ ਨਹੀਂ ਜਾਣਦਾ। ਤੋ ਇਹਦੇ ਸੰਬੰਧ ਵਿੱਚ ਆਪਾਂ ਨਾਲੋਂ ਨਾਲ ਇਤਿਹਾਸ ਤੇ ਗੁਰਬਾਣੀ ਨੂੰ ਲੈ ਕੇ ਚੱਲੀਏ। ਜਿਸ ਸਮੇਂ ਪਿਤਾ ਚੜ੍ਹਾਈ ਕਰ ਗਏ, ਮਾਤਾ ਜੀ ਚੜ੍ਹਾਈ ਕਰ ਗਏ, ਤੇ ਨਾਨੀ ਜੀ ਚੱਲ ਕੇ ਬਾਸਰਕੇ ਤੋਂ ਆਏ, ਇਤਿਹਾਸ ਤੁਸੀਂ ਜਾਣਦੇ ਹੋ। ਮੈਂ ਵਿੱਚੋਂ ਜੋ ਤੱਤ ਹੈ ਗੁਰਮਤ ਦਾ, ਉਹਦੇ ਸੰਬੰਧ ਵਿੱਚ ਬੇਨਤੀ ਕਰੀਏ। ਸਾਡਾ ਤੁਹਾਡਾ ਕੋਈ ਰਿਸ਼ਤੇਦਾਰ, ਪਿਓ ਦਾਦਾ ਗੁਜ਼ਰ ਜਾਏ, ਤੇ ਆਪਾਂ ਕਈ ਦਿਨ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਐਦਾਂ ਹੋਇਆ, ਐਦਾਂ ਦਾ ਹੁੰਦਾ ਸੀ। ਪਰ ਕੀ ਜਦੋਂ ਗੁਰੂ ਦੇ ਇਤਿਹਾਸ ਨੂੰ ਪੜ੍ਹਦੇ ਆ, ਸੁਣਦੇ ਆ, ਆਪਣੇ ਰਿਸ਼ਤੇਦਾਰ ਪਿਓ ਦਾਦਿਆਂ ਦੇ ਵਿਛੋੜੇ ਦੀ ਗੱਲ ਸੁਣ ਕੇ ਅਸੀਂ ਅੱਕਦੇ ਨਹੀਂ, ਪਰ ਗੁਰੂ ਦੀ ਗੱਲ ਸੁਣ ਕੇ ਜਾਂ ਇਤਿਹਾਸ ਨੂੰ ਸੁਣ ਕੇ ਆਪਾਂ ਵੀ ਕਦੀ ਅੱਕਣਾ ਨਹੀਂ। ਕਿਉਂਕਿ ਜਿਹੜਾ ਇਤਿਹਾਸ ਹੈ ਨਾ, ਇਹ ਲੰਘ ਚੁੱਕੇ ਸਮੇਂ ਲਈ ਤੇ ਆਉਣ ਵਾਲੇ ਸਮੇਂ ਦੇ ਲਈ ਇੱਕ ਦਰਪਣ, ਇੱਕ ਸ਼ੀਸ਼ੇ ਦਾ ਕੰਮ ਕਰਦਾ ਹੈ। ਲੰਘ ਚੁੱਕੇ ਸਮੇਂ ਵਿੱਚ ਕੀ ਵਾਪਰਿਆ ਤੇ ਆਉਣ ਵਾਲੇ ਸਮੇਂ ਵਿੱਚ ਜੇ ਤੇਰੇ ਨਾਲ ਕੁਝ ਵਾਪਰੇਗਾ ਤੇ ਇਤਿਹਾਸ ਤੋਂ ਤੂੰ ਬੜਾ ਕੁਝ ਸਿੱਖ ਸਕਦਾ ਹੈ। ਨਾਨੀ ਜੀ ਗਏ, ਭਾਈ ਜੇਠਾ ਜੀ ਨੂੰ ਲੈ ਆਂਦਾ ਬਾਸਰਕੇ ਨਗਰ, ਔਰ ਇਤਿਹਾਸ ਇਹ ਕਹਿੰਦਾ, ਭਾਈ ਜੇਠਾ ਜੀ ਕਹਿੰਦੇ, ਨਾਨੀ ਤੂੰ ਬਜ਼ੁਰਗ ਹੈ, ਪਰ ਮੈਂ ਤੇਰੇ ਤੇ ਬੋਝ ਨਹੀਂ ਬਣਨਾ। ਗੱਲ ਬੜੀ ਵੱਡੀ ਹੈ। ਉਸ ਗੱਲ ਦੇ ਪਿੱਛੇ ਰਾਜ ਰਮਜ ਪਿੱਛੇ ਰਹੱਸ ਛੁਪਿਆ। ਨਾਨੀ ਮੈਂ ਬੋਝ ਨਹੀਂ ਬਣਨਾ, ਇਹਦਾ ਮਤਲਬ ਗੁਰੂ ਸਾਹਿਬ ਸਾਨੂੰ ਇਹ ਦੱਸ ਕੇ ਜਾ ਰਹੇ ਨੇ ਬਚਪਨ ਵਿੱਚ ਹੀ ਕਿ ਬੰਦਿਆਂ ਤੂੰ ਕਿਸੇ ਤੇ ਬੋਝ ਨਹੀਂ ਬਣਨਾ, ਤੂੰ ਪਰਉਪਕਾਰੀ ਬਣਨਾ, ਤੂੰ ਬੋਝ ਚੁੱਕਣ ਵਾਲਾ ਬਣਨਾ ਹੈ। ਨਾ ਤੂੰ ਪਰਿਵਾਰ ਤੇ ਬੋਝ ਬਣਨਾ, ਨਾ ਸਮਾਜ ਤੇ,
ਤੇ ਨਾ ਹੀ ਤੂੰ ਕੋਈ ਐਦਾਂ ਦੇ ਕਰਮ ਕਰਨੇ ਕਿ ਤੂੰ ਧਰਤੀ ਤੇ ਵੀ ਬੋਝ ਬਣ ਜਾਏ। ਧਰਤੀ ਪਰਬਤਾਂ ਦਾ ਵੀ ਕਹਿੰਦੀ ਮੈਂ ਪਹਾੜ ਹੈ ਨਾ ਜਿਹੜਾ ਵਜਨ, ਕਹਿੰਦੇ ਪਰਬਤਾਂ ਦਾ ਵੀ ਮੈਂ ਚੁੱਕ ਲੈਂਦੀ ਹਾਂ, ਪਹਾੜਾਂ ਦਾ ਬੋਝ ਵੀ ਮੈਂ ਚੁੱਕ ਲਵਾਂਗੀ, ਦਰਖਤਾਂ ਦਾ ਬਨਸਪਤੀ ਦਾ ਵੀ ਬੋਝ ਮੈਂ ਚੁੱਕ ਲਵਾਂਗੀ। ਪਰ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨਾ ਤਿਸ ਭਾਰੇ ਪਰਬਤਾਂ, ਕਹਿੰਦੇ ਪਰਬਤ ਪਹਾੜ ਵੀ ਇੰਨੇ ਭਾਰੇ ਨਹੀਂ ਹਨ। ਸਭ ਤੋਂ ਭਾਰਾ ਕੌਣ ਹੈ? ਉਹ ਕਹਿੰਦੇ ਸਭ ਤੋਂ ਵੱਧ ਬੋਝ ਜੇ ਧਰਤੀ ਤੇ ਹੈ, ਉਹ ਕਹਿੰਦੇ ਅਕਿਰਤ ਘਣ ਬੰਦੇ ਦਾ ਹੈ। ਅਕਿਰਤ ਘਣ ਦੇ ਅਰਥ ਨੇ ਕੀਤੇ ਹੋਏ ਨੂੰ ਆਪਣੇ ਜੀਵਨ ਦੇ ਵਿੱਚੋਂ ਭੁਲਾ ਦੇਣਾ, ਇੱਕ ਬੰਨੇ ਕਰ ਦੇਣਾ, ਅੱਖ ਤੋਂ ਓਹਲੇ ਕਰ ਦੇਣਾ। ਨਾਨੀ ਮੈਂ ਬੋਝ ਨਹੀਂ ਬਣਨਾ। ਤੇ ਫਿਰ ਪੁੱਤਰ ਕੀ ਕਰਨਾ ਚਾਹੁੰਦੇ? ਤੂੰ ਕੁਝ ਕੁ ਮੈਨੂੰ ਜੋ ਵੀ ਤੂੰ ਬਣਾਉਣਾ ਜਾਣਦੀ ਹੈ ਉਹ ਬਣਾ। ਤੋ ਕਹਿੰਦੇ ਨੇ ਛੋਲੇ ਉਬਾਲੇ, ਘੁੰਗਣੀਆਂ ਵਾਲੀ ਸਾਖੀ ਬਹੁਤ ਪ੍ਰਚਲਿਤ ਹੈ। ਉਹ ਘੁੰਗਣੀਆਂ ਉਬਾਲੀਆਂ ਤੇ ਇੱਕ ਬੋਟੇ ਛਾਬੜੀ ਦੇ ਵਿੱਚ ਪਾ ਕੇ ਦਿੰਦੇ ਨੇ, ਤੇ ਗਲੀ ਗਲੀ ਭਾਈ ਜੇਠਾ ਉਹਨਾਂ ਘੁੰਗਣੀਆਂ ਨੂੰ ਵੇਚਦਾ ਤੇ ਆਵਾਜ਼ ਦਿੰਦਾ ਹੈ। ਹਰ ਰੋਜ਼ ਇਸੇ ਤਰ੍ਹਾਂ ਕਰਦੇ ਨੇ, ਫਿਰ ਵਾਪਸ ਆ ਜਾਂਦੇ। ਜੋ ਕੁਝ ਮਾਇਆ ਬਚਦੀ ਹੈ, ਕੁਝ ਉਹਦਾ ਦਸਵੰਧ ਤੇ ਕੁਝ ਘਰ ਦੀ ਪੂੰਜੀ ਰਾਸ਼ਨ ਪਾਣੀ, ਇਸੇ ਤਰ੍ਹਾਂ ਰੋਜ਼ ਰੋਜ਼ ਇਹ ਕਿਰਤ ਚੱਲ ਰਹੀ ਹੈ। ਕਹਿੰਦੇ ਇੱਕ ਦਿਨ ਮਾਲਕ ਵਾਹਿਗੁਰੂ ਨੇ ਕੋਈ ਕੌਤਕ ਵਰਤਿਆ, ਆਪ ਹੀ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ। ਕੋਈ ਇਹੋ ਜਿਹਾ ਗੁਰਮੁਖ ਪਿਆਰਾ ਸਾਧੂ ਕਹਿ ਲੋ, ਤੇ ਉਹ ਵੀ ਰਸਤੇ ਵਿੱਚ ਖਲੋ ਗਿਆ ਕਿ ਜੇਠਾ ਅੱਜ ਇੱਥੋਂ ਦੀ ਲੰਘੇਗਾ, ਇਹਦੇ ਸਬਰ ਸੰਤੋਖ ਨੂੰ ਅੱਜ ਵਾਹਿਗੁਰੂ ਪਰਖਦੇ ਨੇ। ਤੇ ਉਹ ਸਾਧੂ ਕਹਿੰਦਾ ਜੇਠਿਆ ਭੁੱਖ ਮੈਨੂੰ ਬੜੀ ਲੱਗੀ ਹੈ। ਸਾਧੂ ਆਪਾਂ ਲਫ਼ਜ਼ ਵਰਤ ਰਹੇ ਹਾਂ, ਸਾਧੂ ਸੰਤ ਲਫ਼ਜ਼ ਕੋਈ ਬੁਰਾ ਨਹੀਂ, ਪਰ ਜਦੋਂ ਬੁਰੇ ਲੋਕ ਇਹਨੂੰ ਆਪਣੇ ਤੇ ਲਾ ਲੈਂਦੇ ਨੇ ਤੇ ਫਿਰ ਇੰਜ ਕਹਿ ਲੋ ਆਪਾਂ ਨੂੰ ਇਸ ਲਫ਼ਜ਼ ਤੋਂ ਵੀ ਨਫ਼ਰਤ ਹੋ ਜਾਂਦੀ ਹੈ। ਇਤਿਹਾਸ ਕਹਿੰਦਾ ਉਸ ਸਮੇਂ ਭਾਈ ਜੇਠਾ ਜੀ ਜਦੋਂ, ਤੇ ਇਧਰੋਂ ਉਹ ਸਾਧੂ ਕਹਿੰਦਾ ਮੈਨੂੰ ਵੀ ਕੁਝ ਛਕਾ, ਕਹਿੰਦੇ ਥੋੜਾ ਜਿਹਾ। ਜਦੋਂ ਉਹ ਘੁੰਗਣੀਆਂ ਉਹਦੇ ਹੱਥ ਵਿੱਚ ਪਾਈਆਂ ਤੇ ਉਹ ਕਹਿਣ ਲੱਗਾ ਵੀ ਇਹ ਤੇ ਬਿਲਕੁਲ ਥੋੜੀਆਂ ਨੇ, ਤੇਰੇ ਹੱਥ ਬੜੇ ਛੋਟੇ ਨੇ, ਤੇ ਫਿਰ ਕੀ ਕਰਾਂ? ਉਹ ਕਹਿੰਦੇ ਸਾਰਾ ਹੀ ਇਹ ਛਾਬੜੀ, ਇਹ ਛਾਬਾ ਮੂਧਾ ਮਾਰਦੇ, ਕੱਲ ਨੂੰ ਹੋਰ ਲੈ ਆਈ। ਕਹਿੰਦੇ ਉਹ ਸਾਰਾ ਛਾਬਾ ਮੂਧਾ ਮਾਰਤਾ। ਤੇ ਉਹ ਮਹਾਤਮਾ ਕਹਿੰਦਾ ਪੈਸਾ ਮੇਰੇ ਕੋਲ ਨਹੀਂ। ਭਾਈ ਜੇਠਾ ਜੀ ਕਹਿੰਦੇ ਮੈਂ ਮੰਗਿਆ ਵੀ ਨਹੀਂ ਹੈ ਤੇ ਨਾ ਹੀ ਮੰਗਣ ਦੀ ਇੱਛਾ ਹੈ। ਜਦੋਂ ਕਹਿੰਦੇ ਵਾਪਸ ਘਰ ਗਏ, ਨਾਨੀ ਨੂੰ ਕਹਿੰਦੇ ਨਾਨੀ ਜੀ ਅੱਜ ਤਾਂ ਜੋ ਕੁਝ ਵੀ ਸੀ ਉਹ ਸਭ ਕਹਿੰਦੇ ਪਰਮਾਤਮਾ ਦੇ ਗੁਰੂ ਨਾਨਕ ਦੇ ਲੇਖੇ ਲੱਗ ਗਿਆ ਹੈ। ਅੱਜ ਮੈਂ ਮਾਇਆ ਤਾਂ ਨਹੀਂ ਵਟੀ, ਪਰ ਅੱਜ ਉਹ ਵਟਿਆ ਹੈ ਜਿਹੜਾ ਕਦੀ ਵੀ ਵਰਤਾਉਂਦਿਆਂ ਜੀਵਨ ਵਿੱਚ ਤੋਟ ਨਹੀਂ ਆਏਗੀ। ਤੇ ਜਸਵੰਤ ਸਿੰਘ ਜੀ ਪਰਵਾਨਾ, ਉਹਨਾਂ ਦੀ ਬੁੱਕ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚੋਂ ਕਹਿੰਦੇ ਉਸ ਸਮੇਂ ਨਾਨੀ ਬੜੇ ਵਿਰਾਗ ਦੇ ਵਿੱਚ ਆਈ, ਅੱਖਾਂ ਵਿੱਚੋਂ ਗੰਗਾ ਜਲ ਵਹਿ ਤੁਰੀ, ਗਲਾ ਭਰ ਗਿਆ ਤੇ ਆਖਿਆ ਹੇ ਮੇਰੇ ਮਾਲਕ, ਹੇ ਮੇਰੇ ਗੁਰੂ ਨਾਨਕ, ਇਸ ਬੱਚੇ ਨੂੰ ਤੂੰ ਜਿੱਥੇ ਇੰਨਾ ਵੱਡਾ ਸਬਰ ਸੰਤੋਖ ਦਿੱਤਾ ਹੈ ਤੇ ਕਿਰਪਾ ਕਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨੂੰ ਦਾਤਾਂ ਵੀ ਇੰਨੀਆਂ ਕੁ ਦਈ। ਇੱਥੇ ਇੱਕ ਸਾਧੂ ਤਾਂ ਕੀ ਮੰਗਦਾ, ਇਹਨੂੰ ਇੰਨਾ ਸਬਰ ਸੰਤੋਖ ਦਈ, ਇੰਨੀਆਂ ਕੁ ਦਾਤਾਂ ਦਈ ਕਿ ਇਹਦੇ ਦਰ ਤੋਂ ਲੋਕ ਛਕਦੇ ਵੀ ਥੱਕਣ ਨਾ, ਇੰਨੇ ਭੰਡਾਰੇ ਬਖਸ਼ੀ। ਤੇ ਜਦੋਂ ਇਤਿਹਾਸ ਨੂੰ ਆਪਾਂ ਲੰਘ ਚੁੱਕੇ ਇਤਿਹਾਸ ਨੂੰ ਪੜ੍ਹ ਕੇ ਅਜੋਕੇ ਵਰਤਮਾਨ ਸਮੇਂ ਦੇ ਵਿੱਚ ਢੁਕਾ ਕੇ ਤੁਸੀਂ ਵੇਖੋ। ਕੱਲ ਵੀ ਮੈਂ ਅਰਜ਼ ਕੀਤੀ ਸੀ ਦਰਬਾਰ ਸਾਹਿਬ ਤੁਸੀਂ ਜਾਓ, ਉੱਥੋਂ ਦਾ ਪ੍ਰਬੰਧ ਕਿੱਦਾਂ ਦਾ, ਲੋਕ ਕੌਣ ਨੇ, ਕਿੱਦਾਂ ਦੇ ਨੇ, ਕਿਹਦੇ ਹੱਥ ਠੋਕੇ ਨੇ ਛੱਡੋ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਜਿਵੇਂ ਪਹਿਲਾਂ ਸੀ ਉਹ ਅੱਜ ਉਸੇ ਤਰ੍ਹਾਂ ਹੀ ਉੱਥੋਂ ਬਖਸ਼ਿਸ਼ਾਂ ਤੇ ਦਾਤਾਂ ਵਰਤ ਰਹੀਆਂ ਨੇ। ਉਹ ਮਹਾਨ ਨੇ। ਉੱਥੇ ਕੌਣ ਹੈ, ਕੀ ਕਰਦਾ ਹੈ, ਉਹ ਇੱਕ ਵੱਖਰੀ ਗੱਲ ਹੈ। ਪਰ ਜਿਹੜਾ ਗੁਰੂ ਰਾਮਦਾਸ ਦਾ ਦਰ ਹੈ ਨਾ, ਉਹਦੇ ਵਿੱਚ ਨਹੀਂ ਕੋਈ ਕਮੀ, ਉਹਦੇ ਵਿੱਚ ਨਹੀਂ ਕੋਈ ਘਾਟ। ਉੱਤੇ ਤੂੰ ਹਿਰਦਾ ਬਣਾ, ਦਾਤਾਂ ਤੈਨੂੰ ਅੱਜ ਵੀ ਉੱਦਾਂ ਹੀ ਮਿਲਣਗੀਆਂ। ਕਿੰਨੇ ਕੌਤਕ, ਕਿੰਨੀਆਂ ਕਰਾਮਾਤਾਂ, ਕੋਈ ਨਾ ਕੋਈ ਚੋਜ ਅਰਦਾਸ ਰੂਪ ਦੇ ਵਿੱਚ ਉੱਥੇ ਵਰਤਦੇ ਹੀ ਰਹਿੰਦੇ ਨੇ। ਜਿਹਦੇ ਨਾਲ ਵਰਤਦਾ ਨਾ, ਜੀ ਤੇ ਗੁਰੂ ਕਿਰਪਾ ਕਰਦਾ ਹੈ,
ਕਹਿਣ ਵਾਲੇ ਜੋ ਮਰਜ਼ੀ ਕਹਿਣ, ਕਿਸੇ ਦੇ ਕਹਿਣ ਦੇ ਨਾਲ ਗੁਰੂ ਦੇ ਅਸਥਾਨ ਦੀ ਸੋਭਾ ਕਦੀ ਘਟਿਆ ਨਹੀਂ ਕਰਦੀ। ਬੇਅੰਤ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੋ, ਕੋਈ ਕਹਿੰਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂ ਬੋਲਣ ਲੱਗ ਪਿਆ, ਸੁਣੈ ਗੋਂਗ ਜੋ ਜਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਈ ਚਤਰਤਾ ਆਵੀ। ਰੋਜ਼ ਬਾਣੀ ਤੁਸੀਂ ਪੜ੍ਹਦੇ ਹੋ। ਕੋਈ ਕਹਿੰਦਾ ਮੈਨੂੰ ਅੱਖਾਂ ਤੋਂ ਦਿਸਣ ਲੱਗ ਪਿਆ, ਕੋਈ ਕੁਝ। ਇਹਦਾ ਮਤਲਬ ਜੇ ਕਿਸੇ ਨੂੰ ਕੁਝ ਮਿਲਿਆ ਤਾਂ ਗੁਰੂ ਦੀ ਉਸਤਤ ਕਰਦਾ ਹੈ। ਇਹਨਾਂ ਅੱਖਾਂ ਦੀ ਸਾਨੂੰ ਇਸ ਕਰਕੇ ਕਦਰ ਨਹੀਂ ਕਿਉਂਕਿ ਇਹ ਸਾਡੇ ਕੋਲ ਨੇ। ਅੱਜ ਹੀ ਅਰਦਾਸ ਕੀਤੀ ਸੀ ਕੋਈ ਸੱਜਣ ਦੀ, ਰੌਸ਼ਨੀ ਠੀਕ ਸੀ, ਕਹਿੰਦੇ ਉਹ ਹੁਣ ਚਲੀ ਗਈ ਤੇ ਇੱਥੋਂ ਦੀ ਗੌਰਮੈਂਟ ਨੇ ਤੋਂ ਲਾਇਸੈਂਸ ਵੀ ਵਾਪਸ ਲੈ ਲਿਆ। ਹੁਣ ਜੇ ਉਹਨੂੰ ਪੁੱਛ ਕੇ ਦੇਖੀਏ ਵੀ ਇਹਨਾਂ ਅੱਖਾਂ ਦੀ ਕੀਮਤ ਕੀ ਹੈ, ਤਾਂ ਉਹ ਹੁਣ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਤੁਸੀਂ ਸੰਗਤ ਰੂਪ ਵਿੱਚ ਪਾਤਸ਼ਾਹ ਕਰਨ, ਮਿਹਰ ਕਰਨ ਕਿ ਉਹਨੂੰ ਉਹ ਰੌਸ਼ਨੀ ਅੱਖਾਂ ਦੀ ਦੁਬਾਰਾ ਫਿਰ ਮਿਲ ਜੇ। ਪਰ ਹੈ ਤੇ ਇਹ ਜੀਵ ਦਾ ਕਰਮ ਹੀ ਕੋਈ ਕੀਤਾ ਜਿਸ ਨੂੰ ਸਤਿਗੁਰੂ ਜੀ ਆਪ ਹੀ ਉਹਦੇ ਰਾਹੀਂ ਯਾਦ ਕਰਵਾਉਂਦੇ ਨੇ, ਪਰ ਇਹ ਗੁਰੂ ਦੀ ਲੀਲਾ ਹੈ। ਖੈਰ ਬੇਨਤੀ ਆਪਾਂ ਕਰੀਏ ਤੇ ਆ ਕੇ ਜਦੋਂ ਇਹ ਅਰਜ਼ ਕੀਤੀ ਤਾਂ ਨਾਨੀ ਨੇ ਵੀ ਅਰਦਾਸ ਬੇਨਤੀ ਕਰੀ ਹੈ। ਸਮਾਂ ਆਪਣੀ ਚਾਲੇ ਤੁਰਿਆ, ਰੋਜ਼ ਇਦਾਂ ਹੀ ਕਰਦੇ ਨੇ ਹਮੇਸ਼ਾ ਹੀ। ਇਤਿਹਾਸ ਇਹ ਕਹਿੰਦਾ 1534 ਦੇ ਵਿੱਚ ਭਾਈ ਜੇਠਾ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ 1553 ਦੇ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਬੱਚੀ ਬੀਬੀ ਭਾਨੀ ਦਾ ਜਿਹੜਾ ਰਿਸ਼ਤਾ ਹੈ ਉਹ ਭਾਈ ਜੇਠਾ ਜੀ ਦੇ ਨਾਲ ਕਰਦੇ ਨੇ। ਇਤਿਹਾਸ ਪੜ੍ਹਦੇ ਆ, ਉਮਰ ਉਦੋਂ 18 ਸਾਲ ਦੀ ਸੀ। 1574 ਦੇ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਂਦੇ ਨੇ ਤੇ 1574 ਦੇ ਵਿੱਚ ਭਾਈ ਜੇਠਾ ਜੀ ਨੂੰ ਗੁਰਤਾ ਕੱਦੀ ਗੁਰ ਪਦਵੀ ਦੀ ਦਾਤ ਮਿਲਦੀ ਹੈ। ਖੈਰ ਕਹਿੰਦੇ ਜਦੋਂ ਲਾਹੌਰ ਦੇ ਜਿਹੜੇ ਰਿਸ਼ਤੇਦਾਰ ਨੇ ਨਾ, ਉਹ ਹਰਿਦੁਆਰ ਆਦਿਕ ਤੀਰਥਾਂ ਦਾ ਭ੍ਰਮਣ ਕਰਕੇ ਜਦੋਂ ਲਾਹੌਰ ਤੋਂ ਹਰਿਦੁਆਰ ਗਏ ਤੇ ਹਰਿਦੁਆਰ ਤੋਂ ਵਾਪਸ ਆ ਰਹੇ ਨੇ ਤੇ ਉਹੀ ਰਸਤਾ ਉਧਰ ਲਾਹੌਰ ਨੂੰ ਜਾਂਦਿਆਂ ਬਿਆਸਾ ਦਰਿਆ ਪੈਂਦਾ ਹੈ। ਉਹ ਕਹਿੰਦੇ ਵੀ ਯਾਤਰਾ ਕਰਕੇ ਥੱਕ ਗਏ ਆ, ਚਲੋ ਅੱਜ ਗੋਇੰਦਵਾਲ ਸਾਹਿਬ ਹੋ ਚੱਲੀਏ। ਬਈ ਆਪਣੇ ਹਰਦਾਸ ਦਾ ਪੁੱਤਰ ਜੇਠਾ ਇੱਥੇ ਹੀ ਰਹਿੰਦਾ ਹੈ, ਉਹਦੀ ਸਗਾਈ ਗੁਰੂ ਅਮਰਦਾਸ ਜੀ ਦੀ ਬੱਚੀ ਬੀਬੀ ਭਾਨੀ ਨਾਲ ਹੋਈ ਹੈ, ਚਲੋ ਵੇਖ ਵੀ ਚੱਲੀਏ, ਲੰਗਰ ਪਾਣੀ ਵੀ ਛਕ ਲਾਂਗੇ, ਹਾਲ ਚਾਲ ਵੀ ਚਲੋ ਕਹਿੰਦੇ ਪੁੱਛਦੇ ਚੱਲਾਂਗੇ। ਕਈ ਦਫਾ ਅਸੀਂ ਪੁੱਛਦੇ ਹੁੰਨੇ ਆ ਕਿਸੇ ਦਾ ਹਾਲ ਚਾਲ, ਪਰ ਭਾਵਨਾ ਸਾਡੀ ਹੁੰਦੀ ਹੈ ਉਹਦੀ ਬੇਇੱਜ਼ਤੀ ਕਰਨ ਦੀ। ਇਹ ਹਕੀਕਤ ਹੈ। ਪੁੱਛਦੇ ਹੁੰਨੇ ਆਪਾਂ ਕਿਸੇ ਦਾ ਦੁੱਖ, ਜਾਣੇ ਹੁੰਨੇ ਆ ਕਿਸੇ ਦੀ ਖੁਸ਼ੀ ਵਡਾਉਣ ਦੇ ਅਸੀਂ ਵਧਾਈਆਂ ਰਹੇ ਹੁੰਨੇ ਆ, ਤੇ ਇਹ ਸੱਚ ਹੈ, ਕੋਈ ਵਿਰਲਾ ਬਚਿਆ ਹੋਵੇਗਾ। ਬਿਰਤੀ ਇਹ ਹੁੰਦੀ ਹੈ ਵੀ ਇਹ ਬਣ ਕਿੱਦਾਂ ਗਿਆ ਸਾਰਾ ਕੁਝ, ਇਹ ਕਿੱਦਾਂ ਹੋ ਗਿਆ। ਹੁਣ ਰਿਸ਼ਤੇਦਾਰ ਵੀ ਇਸੇ ਤਰੀਕੇ ਨਾਲ ਆ ਰਹੇ ਨੇ, ਕਹਿੰਦੇ ਚਲੋ ਲੰਗਰ ਪਾਣੀ ਵੀ ਛਕ ਲਾਂਗੇ, ਹਰਦਾਸ ਦੇ ਪੁੱਤ ਨੂੰ ਵੀ ਮਿਲ ਚੱਲਾਂਗੇ, ਕਿਉਂਕਿ ਉਹ ਥੋੜੀ ਇਸ ਗੱਲ ਨੂੰ ਜਰਨਗੇ ਕਿ ਵੀ ਜਿਹਦੇ ਮਾਂ ਪਿਓ ਚੜ੍ਹਾਈ ਕਰ ਗਏ ਉਹਦਾ ਵਿਆਹ ਹੋਵੇ ਤੇ ਉਹ ਪਰਿਵਾਰ ਵਾਲਾ ਹੋਵੇ, ਤੇ ਰਿਸ਼ਤਾ ਵੀ ਉਸ ਘਰ ਵਿੱਚ ਜਿਸ ਘਰ ਨੂੰ ਦੁਨੀਆ ਦੇ ਲੋਕ ਝੁਕ ਝੁਕ ਕੇ ਸਿਜਦਾ ਕਰਦੇ ਨੇ। ਕਹਿੰਦੇ ਚਲੋ ਵੇਖ ਆਉਨੇ ਆ, ਹਾਲ ਚਾਲ ਪੁੱਛ ਆਵਾਂਗੇ। ਇਹ ਤੇ ਉਹ ਗੱਲ ਹੋਈ ਜਿਵੇਂ ਕਹਿੰਦੇ ਕਿਸੇ ਦਾ ਰਿਸ਼ਤਾ ਨਹੀਂ ਸੀ ਹੁੰਦਾ। ਤੇ ਸਾਰੇ ਪਿੰਡ ਦੇ ਲੋਕ ਬੜੇ ਪਿਆਰ ਦੇ ਨਾਲ ਬੀਬੀਆਂ ਭੈਣਾਂ ਗਈਆਂ, ਕੋਈ ਵਧਾਈਆਂ ਦਿੱਤੀਆਂ, ਕਿਸੇ ਨੇ ਸਿਰ ਪਲੂਸਿਆ। ਤੇ ਇੱਕ ਪਿੰਡ ਵਿੱਚ ਐਦਾਂ ਦੀ ਬੀਬੀ ਵੀ ਸੀ, ਇੱਕ ਅੱਧਾ ਹੁੰਦਾ ਵੀ ਹੈ, ਬੰਦਾ ਵੀ ਹੋ ਸਕਦਾ, ਇਕੱਲੀਆਂ ਬੀਬੀਆਂ ਨਹੀਂ, ਭਾਈ ਵੀ ਹੋ ਸਕਦੇ ਨੇ। ਬੀਬੀਆਂ ਕਹਿਣਾ ਵੀ ਇਹ ਸਾਨੂੰ ਕਹਿੰਦੇ ਨੇ, ਇੱਕ ਅੱਧਾ ਤੇ ਹੁੰਦਾ ਹੀ ਹੈ। ਕਹਿੰਦੇ ਉਹ ਪਿੰਡ ਵਿੱਚ ਬੀਬੀ ਗਈ, ਜਿਸ ਪੁੱਤਰ ਦਾ ਰਿਸ਼ਤਾ ਹੋਇਆ ਤੇ ਗਈ, ਨਾਲੇ ਸ਼ਗਨ ਪਾਤਾ, ਸਿਰ ਪਲੂਸ ਕੇ ਕਹਿੰਦੀ ਲੈ ਪੁੱਤ ਵਧਾਈ ਹੋਵੇ, ਤੇ ਜਿਵੇਂ ਤੇਰਾ ਵਿਆਹ ਹੋ ਗਿਆ ਨਾ ਐਦਾਂ ਹੀ ਤੇਰਾ ਮਿਰਗੀ ਦਾ ਦੌਰਾ ਹਟ ਜੂ। ਉਹ ਜਿੰਨੇ ਆਏ ਹੋਏ ਸੀ ਸਭ ਕੁਝ ਉੱਥੇ ਛੱਡ ਕੇ ਤੁਰ ਪਏ। ਵਧਾਈ ਵੀ ਦੇ ਦਿੱਤੀ ਤੇ ਉਸ ਬੱਚੇ ਦਾ ਰਿਸ਼ਤਾ ਵੀ ਤੁੜਵਾ ਦਿੱਤਾ। ਤੁਹਾਡੇ ਵਧਾਈ ਦੇਣ ਦੇ ਪਿੱਛੇ
ਨੀਤੀ है जिहड़ी भावना है वो गलत नहीं, वो खुशी वाली होवे। लाहौर तो चल के आए, पहुँच गए गोइंदवाल साहब, तो उस समय सेवा चल रही सी बौली साहब दी। ये बौली क्यों बनी, इसका कारण थोड़ा जा मैं कोशिश करा, ये नहीं भी मैनू बहुता पता, जिन्नी को गुरु ने समत बख्शी। कारण ये सी भी गोइंदवाल साहब की धरती ते जिहड़े उच्च जाति के लोग सन, सारे हिंदू मुसलमान भरावां च भी माड़े नहीं, चंगे नहीं, साडे सिखां च भी बहुते चंगे नहीं ते माड़े भी नहीं। हुण गोइंदवाल साहब विखे जो पानी सी ना, लोग खूहां तो पानी भरदे, जिहड़े उच्च जाति के लोग सन, वो नीवियां जातां वालियां नूं उत्थे खूहां तो पानी नहीं सी भरन दिंदे। सिखां दे मुंडे लड़ाई झगड़ा करना, दुरकारना, तू नीवा तू शूदर है। तो धन गुरु अमरदास साहिब सच्चे पातशाह ने उन्हां गरीबां दी, अनाथां दी, रोज़ रोज़ पिंड दे लोग गोंदे चौधरी दे नाम ते गोइंदवाल वसिया सी, पर गोंदा चौधरी भी हंकार दे विच आके बदल गया सी, वो भी ईरखा करन लग पिया सी। हुण धनाडां दे जिहड़े न्याणे वो ईरखा करदे, कदी गरीबां नूं कुछ कदी कुछ। सिख संगतां कहंदियां पातशाह ये बड़ा तंग करदे ने, संगतां उतावलियां भी इन्हां नूं सोधा ला दईए। पर गुरु अमरदास साहब जी कहंदे नहीं, लड़ाई झगड़ा नहीं, किसी नाल लड़ना नहीं, अपना राह बदल लो। गुरु अमरदास साहब सच्चे पातशाह ने फिर उत्थे एक बौली तैयार की, तुसी भी दर्शन करते हो। वो जदों दी सेवा शुरू हुई ना, तो ओदी सेवा जिहड़ी विचों गार कड्ढनी, टोकरे जां बट्ठल चुकने, भाई जेठा जी अपने सिर दे उपर चुकते सन, ऐन गारे नाल लथपथ हो जाना। तो जदों वो चल के आए ना, लाहौर तो हरिद्वार गए सी, ते वापस लाहौर नूं जांदे सन। उन्हां जदों देखिया, हुण उन्हां नूं ते पहचान नहीं आई, क्योंकि जदों मिट्टी घट्टा गार नाल मूँह सिर लिबड़िया। वेखो जदों दरबार साहब दे सरोवर दी अज तो मेरे ख्याल च मैं जे नहीं भुलदा ते 10 साल जां 8-9 साल हो गए सेवा सरोवर दी होई सी। दुनिया दे लोग हैरान हो गए, इन्नी वो जिहड़ी गार उहदे विचों सी, प्यार दे विच आके संग जिन्हां ने इतिहास पढ़िया सी, साडे गुरु सेवा करते रहे। कुछ क दिनां दे विचों कहंदे गार लभी नहीं, वो सरोवर बिल्कुल उहदी सफाई कर दी। लोकां ने लीड़ा कपड़ा तन बदन अपना कुछ भी नहीं वेखिया, क्यों? क्योंकि वो गुरु की सेवा जान के। पातशाह बाणी विच की जिक्र करते ने, सतगुर की सेवा सफल है जे को करे। आ जिहड़े 2 लफ्ज ने ना, यही औखे ने, है सेवा, पर पातशाह कहंदे जे को करे चित लाए, सफल जरूर है, पर आपां सफल ते खड़ जाने आ। पातशाह ने अगे कंडीशन रख दी, कहंदे ये सफल तां जे तू चित ला के करेगा, नहीं तो जिन्नी मर्जी करनी है, सफल नहीं। हुण वो आए तो भाई जेठा जी ने बट्ठल टोकरा रखिया, फटाफट अगे होके हाथ जोड़ के कहंदे आओ जीओ आया नूं, बड़ा प्यार अदब सत्कार कीता। वो कहंदे जेठिया तू हरदास दा पुत्र आ की करदा इत्थे? इतिहास विच तां बड़े नखिद्ध लफ्ज नीवें बोल भी लिखे ने जो उन्हां ने बोले, पर मेरी जबान इजाजत नहीं दिंदी भी मैं बोला, मैं सेम दसा। उन्हां बहुत नीवें पद्धर की गल कीती, बहुत कुछ बोलिया। कहंदे जे तू दिहाड़ी मजदूरी करनी सी, लाहौर विच किहड़ा काम मुक गया सी, इत्थे जो तू काम करदा पिया है। बांह पकड़ी भाई जेठे दी, ते जिथे धन श्री गुरु अमरदास साहब सच्चे पातशाह बैठे ने ना, उत्थे लै गए ते उच्ची उच्ची बोलन लग पे। ਇਹਦਾ मतलब ਇਹ नहीं भी जे रिश्तेदारी पै गई है तो तुसीं जो मर्जी कराओ, दिहाड़ियां कराओ, मिट्टी ढवाओ, उन्होंने मिट्टी ते दिहाड़ी लग रही है, सेवा नहीं लग रही। काम ते सेवा विच बहुत फर्क हुंदा है। घर विच तुसीं काम करदे हो, भांडे मांजदे हो, कई दफा खिज भी जांदे हो, पर जदों ओही भांडे आपां गुरु के लंगर दे विच जां गुरुद्वारा सब सेवा करदे हैं, खिज नहीं ना हुंदी। दरअसल वो सेवा उहनूं करन दे पिछे प्रेम ते भावना हुंदी है।
घर दे विच हो सकदा है भैणां 2 रोटियां लाउण तो ही घर वाले नाल लड़ पैण, पर इत्थे जदों आपां सेवा करदे हां ते बंदा करदियां करदियां अकदा नहीं, क्योंकि सेवा दे विच प्यार दे विच कदी थकावट नहीं हुंदी, कदी अकेवा नहीं हुंदा। क्योंकि मां कदी भी अपने बच्चिਆਂ ਨੂੰ औलाद ਨੂੰ प्यार करदी थकदी नहीं। यही बचन गुरु रामदास जी ने अज दे शब्द विच आख्या, जिहड़ा आपां साझा करांगे। बांह पकड़ के गुरु अमरदास जी दे कोल लै गए, बड़े उच्चे नीवें लफज तक बोले ते भाई जेठा दी हथ जोड़ के खलो गए। कहंदे धन श्री गुरु अमरदास महाराज सच्चे पातशाह ये अनजान ने, इन्हां नूं पता नहीं कि तुहाडे दर दी सेवा की है, इन्हां नूं नहीं पता, ते कृपा करके तुसीं इन्हां नूं बख्श दिओ। क्योंकि भाई जेठा जी नूं पता भी जो बचन इन्हां ने मुख दे विचों कह दिता वो पार हो जाना है। वेखो भला मंग रहे नहीं तो कह देंदे भी ये आए ने ते इन्हां नूं बचन करो, ये मूर्ख ने नहीं। हथ जोड़ के आख्या पातशाह इन्हां नूं बख्श दिओ, इन्हां नूं सेवा बारे ते गुरु नानक दे घर दे बारे सोझी होई नहीं। धन गुरु अमरदास साहब सच्चे पातशाह कुछ नहीं बोले, पर सतगुरां ने इन्ना बचन जरूर आख्या, जदों अपने सेवक दी नरादरी हुंदी वेखी जां सेवा दे प्रति निखिध बोल सुने, इन्ना जरूर आख्या लाहौर तो आए रिश्तेदारां नूं कि ये सिर ते चुकी टोकरी ते तुहानूं गार नज़र आ रही है, क्योंकि तुहाडे ख्याल ते तुहाडे हाव भाव ते तुहाडी बिरती इदां दी है। कदी तुसीं मां दी भावना दे नाल बच्चे नूं तक्को, नूं किन्ना प्यारा लगदा है। पर इत्थे बेनती करां, सतगुरु जी कहण लगे ये टोकरी नहीं, ये गार नहीं, ये मिट्टी नहीं, कदी भावना दे नाल तक्को, ये तां गुरु नानक दे घर दा छतर इहदे उपर झूल रहा है, जिन्हों तुसीं अनाथ कहंदे हो। लाहौर दे लोग कहंदे जेठा अनाथ हो गया, इहदे माँ प्यो दुनिया तो चले गए। गुरु अमरदास साहब सच्चे पातशाह कहंदे ये अनाथ नहीं, इहदे सीस दे उपर ये कल्ला नहीं, इहदे सीस उपर छतर झुलण दी तैयारी होई। इतिहास लंबा, बेनती करा, कहंदे धन गुरु अमरदास साहब सच्चे पातशाह ने कृपा की, लाहौर निवासी बुड़ करदे कहंदे वापस चले गए। मिलन आए सी, मिलन का तरीका वखरा सी। बौली साहब की सेवा हुंदी रही, कहंदे जिहड़ा बौली का जिहड़ा कड़ सी ना, उत्थे चीकणी मिट्टी आ गई, वो कड़ टुटण का नाम ना लवे, टुटे ना किसे तो। अखीर कहंदे गुरु अमरदास साहब जी कहंदे भी इस कड़ नूं थल्ले जाके जदों तोड़ना है ना, ते जदों ये कड़ टुटेगा, इहदे विचों पानी का बहाव बहुत तेजी नाल आएगा, ते जिहड़ा भी इहदे अंदर जाएगा उन्हें पानी दे विच ही रल जाना है, उहदी मौत भी हो सकती है। हुण जिहड़े सिख ने उस समय कुछ हुण इह जी तो गुरु ने सेवा लैनी, कोई अंदर जाण की कोशिश ना करे। इतिहास कहंदा एक नौजवान, उहदा नाम आया माणक चंद, उन्हें शैणी ते थौड़ा लिया, अपने गुरु ते भरोसा रख के कहंदे उस बौली साहब दे थल्ले उतर गया, जिथे कड़ सी जिहड़ा टुटदा नहीं सी, उन्हें शैणी रखी, घण मारदा रहा, वो कड़ टुटिया, इन्नी जोर दी पानी निकलिया, छल्ला कहंदे उस पानी दे विच ही कहंदे गोते खाने शुरू कर दिते, लभे ही ना उस पानी दी छल विचों। इतिहास कहंदा तैर के बाहर आ गया। धन गुरु अमरदास सच्चे पातशाह की कृपा हुई, जिसनों तू रखवाला, बाणी नूं मनदे हो ना, जिहड़े बाणी नूं मनदे ने, जिसनों तू रखवाला मारे तिस कौन, जिसदा साहिब डाढ़ा होए तिसनों मार ना साकै कोई। ये भरोसा बना के चलो। एवें बाबियां तो साधा तो डरी जाने हो, इंज ना हो जे उंज ना हो जे, गुरु नूं मनो, गुरु की कहंदा है। कहंदे माणक चंद बाहर आ गया, सतगुरु ने कलेजे ना लाया, ਜਿਹੜੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ 22 ਮੰਜੀਆਂ ਪ੍ਰਚਾਰ ਦੇ ਵਾਸਤੇ, ਜਿਨ੍ਹਾਂ ਵਿੱਚ 3 ਬੀਬੀਆਂ ਸਥਾਪਿਤ ਕੀਤੀਆਂ ਸੀ, ਉਹਨਾਂ ਵਿੱਚੋਂ ਮਾਣਕ ਚੰਦ ਵੀ ਇੱਕ ਪ੍ਰਚਾਰਕ ਥਾਪਿਆ ਗਿਆ। ਮਾਝੇ ਮਾਲਵੇ ਦੁਆਬੇ ਵਿੱਚ ਇਹਨੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ, ਸੇਵਾ ਦੇ ਵਿੱਚੋਂ ਹੀ ਬਖਸ਼ਿਸ਼ ਕਿਰਪਾ ਹੋਈ।
ਹੁਣ ਉਹ ਬੌਲੀ ਤੇ ਬਣ ਕੇ ਤਿਆਰ ਹੋ ਗਈ ਤੇ ਜਿਹੜੇ ਹੁਣ ਈਰਖਾਲੂ ਲੋਕ ਨੇ ਉਹ ਈਰਖਾ ਦਵੈਸ਼ ਕਰਨੀ ਸ਼ੁਰੂ ਕਰ ਦਿੱਤੀ ਵੀ ਇਹਨਾਂ ਨੇ ਤਾਂ ਸਾਡੇ ਨਾਲੋਂ ਵੀ ਵੱਡਾ ਪ੍ਰਬੰਧ ਕਰ ਲਿਆ ਜਲ ਵਾਸਤੇ। ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹਦੇ ਵਿੱਚੋਂ ਜਿਹੜਾ ਜਲ ਛਕੇਗਾ, ਜਿਹੜਾ ਇਸ਼ਨਾਨ ਕਰੇਗਾ, ਉਹ ਦੋ ਚੀਜ਼ਾਂ ਸਨ। ਇੱਕ ਤੇ ਉਹਨਾਂ ਨਾਲੋਂ ਕਲ ਕਲੇਸ਼ ਖਤਮ ਹੋਵੇ ਤੇ ਇੱਕ ਸਤਿਗੁਰੂ ਜੀ ਕਹਿੰਦੇ ਪਹਿਲਾਂ ਪੰਗਤ ਵਿੱਚ ਬਹਿ ਕੇ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਛਕੇਗਾ ਉਹਨੂੰ ਸੰਗਤ ਵਿੱਚ ਆ ਕੇ ਫੇਰ ਸਾਡੇ ਦਰਸ਼ਨ, ਸਾਡੀ ਕਿਰਪਾ ਉਹਦੇ ਤੇ ਵਰਤੇਗੀ, ਉਹ ਭਾਵੇਂ ਕੋਈ ਵੀ ਹੋਵੇ। ਅਕਬਰ ਵੀ ਆਇਆ, ਇਤਿਹਾਸ ਜਾਣਦੇ ਹੋ। ਇਹ ਨਹੀਂ ਹੁਣ ਤੇ ਤੁਸੀਂ ਖਿਮਾ ਕਰੋ ਮੈਂ ਦੂਜੇ ਪਾਸੇ ਚਲਿਆ ਜਾਣਾ, ਰਹਿ ਨਹੀਂ ਹੁੰਦਾ। ਹੁਣ ਤੇ ਕੋਈ ਹੋਰ ਆ ਜੇ ਮੰਤਰੀ, ਉਹਨੂੰ ਨਹੀਂ ਲੰਗਰ 'ਚ ਜਾਣ ਦੀ ਲੋੜ, ਉਹਨੂੰ ਸਪੈਸ਼ਲੀ ਸਾਰਾ ਕੁਝ ਉਹਦੇ ਲਈ ਪਰੋਸੇ ਜਾਂਦੇ ਪਕਵਾਨ। ਇਹ ਗੁਰੂ ਤੋਂ ਉਲਟ ਹੋ ਜਾਂਦਾ ਕਈ ਦਫਾ। ਪਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਪਾਣੀ ਦਾ ਪ੍ਰਬੰਧ ਕੀਤਾ। ਉਹ ਬੌਲੀ ਸਾਹਿਬ ਬਣੀ, ਸੰਗਤ ਇਸ਼ਨਾਨ ਵੀ ਕਰਦੀ, ਜਲ ਵੀ ਛਕਦੀ ਤੇ ਉਹ ਅੱਜ ਯਾਦਗਾਰ ਦੇ ਵਜੋਂ ਤੁਸੀਂ ਦਰਸ਼ਨ ਕਰ ਸਕਦੇ ਹੋ। ਸਮੇਂ ਦੇ ਦਾਇਰੇ ਵਿੱਚ ਰਹਿੰਦਿਆਂ ਬੇਨਤੀ ਕਰਾਂ, ਬੀਬੀ ਭਾਨੀ ਜੀ ਦੇ ਨਾਲ ਸ਼ਾਦੀ ਹੋ ਗਈ ਤੇ ਹੁਣ ਗੁਰਤਾ ਗੱਦੀ ਦਾ ਸਮਾਂ ਬਿਲਕੁਲ ਨੇੜੇ ਲੱਗ ਗਿਆ। ਸੰਗਤ ਕਹਿੰਦੀ ਹੈ ਗੁਰਤਾ ਗੱਦੀ ਭਾਈ ਰਾਮੇ ਨੂੰ ਮਿਲਣੀ ਹੈ, ਕੋਈ ਕਹਿੰਦਾ ਭਾਈ ਜੇਠੇ ਨੂੰ, ਕਿਉਂਕਿ ਰਾਮਾ ਤੇ ਜੇਠਾ ਇਹ ਗੁਰੂ ਅਮਰਦਾਸ ਜੀ ਦੇ ਦੋਵੇਂ ਜਵਾਈ ਨੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਹੁਣ ਉਹੀ ਬੌਲੀ ਸਾਹਿਬ ਦੇ ਆਲੇ ਦੁਆਲੇ ਸਾਖੀ ਘੁੰਮਦੀ ਹੈ। ਸਤਿਗੁਰੂ ਸਵੇਰੇ ਸ਼ਾਮ ਆਉਂਦੇ, ਪਾਤਸ਼ਾਹ ਨੇ ਕੌਤਕ ਕੀਤਾ। ਸਤਿਗੁਰੂ ਕਹਿੰਦੇ ਰਾਮਿਆ ਸੱਜੇ ਪਾਸੇ ਥੜਾ ਬਣਾਉਣਾ, ਜੇਠਿਆ ਤੂੰ ਇਧਰਲੇ ਬੰਨੇ ਥੜਾ ਬਣਾਉਣਾ। ਅਸੀਂ ਜਦੋਂ ਸਵੇਰੇ ਸ਼ਾਮ ਆਉਨੇ ਅਸੀਂ ਇੱਥੇ ਬਹਿ ਕੇ ਨਾਲੇ ਨਾਮ ਜਪਾਂਗੇ, ਉਪਦੇਸ਼ ਕਰਾਂਗੇ। ਬਜ਼ੁਰਗ ਸਰੀਰ ਹੈ, ਸਾਨੂੰ ਕੁਝ ਸਮਾਂ ਬੈਠਣ ਲਈ ਚਾਹੀਦਾ। ਪਰ ਰਮਜ ਨਹੀਂ ਦੱਸੀ ਵੀ ਰਮਜ ਪਿੱਛੇ ਰਹੱਸ ਕੀ ਹੈ। ਪਹਿਲੇ ਦਿਨ ਭਾਈ ਜੇਠੇ ਨੇ ਥੜਾ ਬਣਾਇਆ, ਭਾਈ ਰਾਮੇ ਨੇ ਵੀ 2 ਵਾਰੀ, ਤੀਜੀ ਵਾਰੀ ਥੜਾ ਬਣਿਆ। ਪਹਿਲੀ ਵਾਰੀ ਸਤਿਗੁਰੂ ਆਉਂਦੇ ਰਾਮੇ ਨੂੰ ਕਹਿੰਦੇ ਠੀਕ ਨਹੀਂ, ਇਹਨੂੰ ਢਾਹ ਤੇ ਬਣਾ, ਉਹਨੇ ਬਣਾਤਾ। ਦੂਜੇ ਦਿਨ ਵੀ ਐਦਾਂ ਹੀ ਢਾਹਿਆਂ ਤੇ ਬਣਾਤਾ। ਤੀਜੇ ਦਿਨ ਵੀ ਸਤਿਗੁਰੂ ਆਏ, ਕਹਿਣ ਲੱਗੇ ਰਾਮਿਆਂ ਠੀਕ ਨਹੀਂ ਬਣਿਆ। ਰਾਮਾ ਕਹਿੰਦਾ ਐਦੋਂ ਠੀਕ ਨਹੀਂ ਬਣਨਾ, ਕਿਉਂਕਿ ਤੁਸੀਂ ਹੋ ਗਏ ਹੋ ਬਜ਼ੁਰਗ। ਕਿਉਂਕਿ ਉਹ ਸਰੀਰ ਉਹ ਬਜ਼ੁਰਗ ਵਿਅਕਤੀ ਸਮਝਦਾ ਹੈ, ਉਹ ਕੇਵਲ ਆਪਣਾ ਸਹੁਰਾ ਸਮਝਦਾ, ਗੁਰੂ ਨਹੀਂ। ਰਾਮਾ ਕਹਿੰਦਾ ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਸਵੇਰੇ ਕੁਝ ਕਹਿੰਦੇ ਹੋ ਤੇ ਸ਼ਾਮ ਨੂੰ ਆ ਕੇ ਭੁੱਲ ਜਾਂਦੇ ਹੋ। ਹੁਣ ਕਸਵੱਟੀ ਜਿਹੜੀ ਲਾਈ ਉਹਦੇ ਵਿੱਚੋਂ ਜੇਠਾ, ਉਹਦੇ ਵਿੱਚੋਂ ਰਾਮਾ ਖਰਾ ਨਹੀਂ ਉਤਰਿਆ, ਉਹ ਫੇਲ ਹੋ ਗਿਆ। ਆਪਾਂ ਕੰਮ ਧੰਦਿਆਂ ਤੇ ਤੁਸੀਂ ਜਾਣਦੇ ਹੋ, ਕਿਤੇ ਜੌਬ ਕਰਨੀ ਹੋਵੇ ਪਹਿਲਾਂ ਇੰਟਰਵਿਊ ਹੁੰਦੀ ਹੈ ਤੁਹਾਡੀ, ਫਿਰ ਅਗਲੇ ਕੰਮ ਤੇ ਰੱਖਦੇ ਨੇ। ਤੇ ਜਿਹਨੂੰ ਇੰਨੀ ਵੱਡੀ ਪਦਵੀ ਗੁਰਿਆਈ ਦੇਣੀ ਤੇ ਕਸਵੱਟੀ ਦਾ ਲੱਗਣਾ ਸੁਭਾਵਿਕ ਸੀ। ਹੁਣ ਭਾਈ ਜੇਠੇ ਦੇ ਕੋਲ ਪਹਿਲੀ ਵਾਰੀ ਗਏ, ਥੜਾ ਬਣ ਗਿਆ। ਪਾਤਸ਼ਾਹ ਕਹਿੰਦੇ ਠੀਕ ਨਹੀਂ ਬਣਿਆ। ਹੱਥ ਜੋੜੇ ਸਤਿਗੁਰੂ ਜੇ ਤੁਸੀਂ ਕਿਰਪਾ ਕਰੋ ਤੇ ਬਣ ਸਕਦਾ। ਦੂਜੇ ਦਿਨ, ਤੀਜੇ ਦਿਨ ਅੱਕੇ ਨਹੀਂ, ਥੜਾ ਬਣਾ ਦਿੱਤਾ। ਭਾਈ ਜੇਠਾ ਕਹਿੰਦਾ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਮੇਰੇ ਤੋਂ ਨਹੀਂ ਬਣਨਾ, ਪਰ ਜੇ ਤੁਸੀਂ ਕਿਰਪਾ ਕਰੋ, ਮੇਰੀ ਤਾਂ ਸਮਝ ਥੋੜੀ ਹੈ, ਜੇ ਤੁਸੀਂ ਕਿਰਪਾ ਕਰੋ ਤੇ ਇਹ ਥੜਾ ਬਣ ਸਕਦਾ ਹੈ। ਇਹ ਗੱਲ ਹੈ 1574 ਦੀ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਘੁੱਟ ਕੇ ਕਲੇਜੇ ਨਾਲ ਲਾ ਲਿਆ, ਬੜਾ ਪਿਆਰ ਕੀਤਾ, ਭਰੇ ਦਰਬਾਰ ਵਿੱਚ ਸੰਗਤ ਵਿੱਚ ਆਖਿਆ, ਕਹਿੰਦੇ ਇਸ ਗੁਰਤਾ ਗੱਦੀ ਦਾ ਮਾਲਕ ਕਹਿੰਦੇ ਭਾਈ ਜੇਠਾ, ਗੱਲ ਕਹਿੰਦੇ ਬਾਹਰਲੇ ਥੜਿਆਂ ਦੀ ਨਹੀਂ, ਦਰਅਸਲ ਮੈਂ ਉਸ ਥੜੇ ਦੀ ਉਡੀਕ ਕਰਦਾ ਸਾਂ, ਸ਼ਰਧਾ ਵਾਲੇ ਥੜੇ ਦੀ। ਉਹ ਸ਼ਰਧਾ ਵਾਲਾ, ਭਾਵਨਾ ਵਾਲਾ, ਹੁਕਮ ਮੰਨਣ ਵਾਲਾ ਜਿਹੜਾ ਥੜਾ, ਉਹ ਕਹਿੰਦੇ ਭਾਈ ਜੇਠੇ ਦੇ ਅੰਦਰ ਬਣ ਚੁੱਕਿਆ ਹੈ। ਬਸ ਇਸੇ ਥੜੇ ਤੇ ਮੈਂ ਬੈਠਣਾ ਹੈ। 5 ਭੂਤਕ ਸਰੀਰ ਤਿਆਗ ਕੇ ਜੋਤੀ ਜੋਤ ਅਸੀਂ ਸਮਾ ਜਾਣਾ ਹੈ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਭਾਈ ਜੇਠਾ ਜੇਠਾ ਨਹੀਂ ਰਿਹਾ। ਜਿੱਦਾਂ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਲੈਣਾ ਆਉਂਦਾ, ਲੈਣਾ ਨਹੀਂ ਰਿਹਾ। ਗੁਰੂ ਅੰਗਦ ਦੇ ਮਹਾਰਾਜ ਬਣ ਗਏ। ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਨ ਵਿੱਚ ਇੱਕ ਬਜ਼ੁਰਗ ਬਾਪੂ ਅਮਰਦਾਸ ਆਉਂਦਾ, ਅਮਰਦਾਸ ਨਹੀਂ ਰਹੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬਣ ਗਏ
जे उन्हां दे हिरदे विच थड़े बनते गए तो गुरु पदवी उन्हां नूं मिलदी गई। तो अज भाई जेठा जी दे अंदर भावना दा थड़ा बन गया। ये शब्द बिल्कुल इन बिन उत्थे ढुकदा ते मैं समाप्ति वाले पासे आवां। धन श्री गुरु अमरदास जी ने जिस समय गुरता गद्दी गुरियाई दिती ना, कीर्तन रूप दे विच तुसीं शब्द श्रवण कर रहे सी भाई साहब तो, जो हमरी बिद होती मेरे सतगुरा सा बिद तुम हर जानो आपे। ते जदों गुरता गद्दी दिती ना, इतिहास ये कहंदा है, कहंदे भाई जेठा जी दे नेत्रां दे विचों गंगा जल वह तुरी। वो सारा लाहौर दा सीन अखां दे मूहरे आ गया कि मां प्यो चढ़ाई कर गए, पिंड दे लोग रिश्तेदार कहंदे वो जेठा अनाथ हो गया, इहदा रिहा कोई नहीं, ये रहिंदी जिंदगी अपनी किवें कटेगा। ते जदों गुरता गद्दी दिती ना गुरु अमरदास जी ने, ते भाई जेठा जी दे अंदरों वो लाहौर दे विच जिहड़ा वापर रहा सी, जिहड़ा गोइंदवाल दीयां गलियां ते अमृतसर दीयां गलियां दे विचों दी विचरदियां जो जो समा उन्होंने हंडाया देखिया, वो सारा अंदर अंदरों फिर बाणी राही बाहर निकलिया। ते धन गुरु अमरदास साहब जी दे सामने हथ जोड़ के खलो गए, कहंदे हम रुलते, कहंदे मैं ते रुलदा फिरदा सा, हम रुलते फिरते कोई बात न पूछता। सतगुरु जी कोई मेरी गल ही नहीं सी सुनदा, ना मेरी सुनदा सी ते ना कोई मैनू सहारा देण वाला सी। लोग कहंदे माँ प्यो चढ़ाई कर गए, पर सतगुरु जी मैं कहना मैनू ते असल माँ प्यो मिले ही होण ने। हम रुलते फिरते कोई बात ना पूछता, गुर सतगुर संग कीरे हम थापे। सतगुरु जी तुसी तां इन्ने महान हो, कीड़ियां दी उदाहरण दिती है। भाव जिमें कीड़ियां आदਿਕ नूं कोई बंदा नज़र थल्ले नहीं रखदा, वेखदा तक नहीं। पातशाह जी तुसीं ते किरपा कर दिंदे हो उन्हां दे उपर भी। कीड़ा पात शाही दे लश्कर करे सवाह, ओ मालिक वड्डे वड्डे लश्करां नूं सवाह करन दी समर्था रखदा है। जिन्हों कोई नहीं जानदा उन्होंने सिंघासनां ते भी बिठाउण दी ताकत रखदा है। तो गुरु रामदास महाराज सच्चे पातशाह जी वेखो बचपन विच माँ प्यो चढ़ाई कर गए, पर माँ प्यो दे प्यार नूं उन्होंने भावें उदों नहीं माणिया पर महसूस किया। की कहंदे ने, ज्यों जननी जननी माँ सुत जन पालती, सुत पुत्र पालती परवरिश करदी है। ज्यों जननी सुत जन पालती राखे नदर मझार। नदर दृष्टि दे विच, मझार दे अर्थ ने विच, नदर दृष्टि अखां सामने। मां घर दा कोई भी काम करदी होवे ना, कीमती तो कीमती, तां ओदी नज़र अपने बच्चियां विच हुंदी है। काम भी भावें ओ इंज कह लो 3 घंटे का सफ़र करके दूर करदी होवे, काम उत्थे करदी है, ध्यान उहदा अपने बच्चियां विच हुंदा है। धन श्री गुरु रामदास साहब सच्चे पातशाह कहंदे मेरे सतगुरु, जिवें एक माँ अपने बच्चियां दे विच अपना ध्यान रखदी है, बच्चा भावें दूर चल जे जिथे मर्जी होवे, ओदी सुरत ओदा ध्यान बार बार अपने बच्चियां विच जांदा है। उदाहरण माँ प्यो दी देख के गल गुरु ते सिख दी कीती है। ज्यों जननी सुत जन पालती राखे नदर मझार। अंतर बाहर मुख दे गिरास। खिन खिन पोचार। पोचार कहते ने प्यार नूं एन पुचार के पुचकार के। किन्ने सादे लफ्ज ने बाणी विच साडी ओ ठेठ पंजाबी जिहड़ी गुरु साहब ने जिहदे विच बाणी उचारण कीती, जिन्हों अज बोलदे आ सानू भला की आउंदी, संग आउंदी ना, संग पंजाबी बोलदिआं नूं लोग की कहणगे भी इन्हां नूं तां पंजाबी, ये तां पंजाबी च ही गल करदे ने। ऐदां सच जाणिओ, जिन्ना चिर जे गुरु दी असीस बख्शिश किरपा लैनी है ना, ਇਹਦੇ ਤੋਂ ਮੂੰਹ ना मोड़ो, माण महसूस करो। खैर पातशाह की कहते, अंतर बाहर मुख दे गिरास। कहते जिवें माँ अपने बच्चे नूं भोजन खवाउंदी है, गराही मूँह च पा दिंदी, फिर कढ़ दिंदा है, चक के फिर पा दिंदी है, सिर भी पलूसदी है, प्यार भी करदी है। तो पातशाह कहते अंतर बाहर मुख दे गिरास। खिन खिन
घड़ी मुड़ी ਉਹਨੂੰ प्यार भी करती है। ये नहीं कहती तू लीड़े कपड़े वस्त्र लपेट ले परा हो जा, नहीं, सगों होर भी प्यार करती है। गल मां ते पुत दी उदाहरण दे के गल गुरु ते सिख दी करते ने। ते सतगुरु कहते त्यों सतगुर गुर सिख राखता हर प्रीत प्यार। कहते बिल्कुल ऐदा ही जिमें मां ते पुत दा प्यार है, बिल्कुल ऐदा ही सतगुरु जी भी अपने गुरसिखां दे नाल प्यार मां ते पुत वाले ही करते ने। जेठे दे मां प्यो नहीं, पर गुरु अमरदास साहिब सच्चे पातशाह की दृष्टि विच भाई जेठा पलिया, केवल पलिया ही नहीं, वो छतर वो बख्शिशां रहमतां दित्तियां जिन्हों लोग अनाथ अनाथ कहंदे थकदे नहीं सन। अज गुरु रामदास जी के दर तो लंगर तो पता नहीं किन्ने क अनाथ ने जिहड़े रोज़ लंगर छकदे ने, भोजन छकदे ने। बड़े अमृतसर की धरती ते शहर विच घर ने जिन्हां दे घरां विच चुल्हा नहीं बलदा, सुबह शाम प्रशादा उत्थों ही छकदे ने। अनाथ जिहड़े कहंदे सन जेठे नूं, ते अज वो जेठा अनाथ नहीं, सगों अनाथां दी भी परवरिश करन वाला गुरु बन गया। त्यों सतगुर गुरसिख राखता हर प्रीत प्यार। जिवें कहंदे मां ते बच्चे दा प्यार है, इसे तरह गुरु अपने पुत्र नाल प्यार करदा है, अपने सिख दे नाल। मेरे राम हम बारक हर प्रभ के है याने। मेरे वाहिगुरु जी असीं बच्चे हाँ, पर हाँ न्याणे, पर हाँ असीं तुहाडे बच्चे ही। धन धन गुरु गुर सतगुर पांधा जिन हर उपदेश दे किए सियाणे। उपदेश ज्ञान समझ मेरा गुरु पांधा पढ़ाउण वाला उस टीचर दे वांग है, उस्ताद है। जिमें एक नलायक बच्चियां नूं विद्या पढ़ा के वो लायक ते उच्ची पदवी ते पहुँचा दिंदा है। धन धन गुरु गुर सतगुर पांधा, वो इन्ना वड्डा पांधा पढ़ाउण वाला उपदेश जिन हर उपदेश दे किए सियाणे। सानू मूर्खां नूं इहो जिहा उपदेश दिता कि सियाणे ओ महान ओ समझ आत्मक तौर ते इन्नियां को उच्चियां कर दिता कि दुनिया दे लोग आके चरनां विच सीस झुकाउंदे ने। इन्नी हाजरी आप संगत ने प्रवान करनी। पातशाह जी मेहर करन, कृपा करन। समुचियां संगतां नूं धन धन साहिब श्री गुरु रामदास महाराज सच्चे पातशाह जी दे पावन प्रकाश पुरब दियां बहुत बहुत वधाइयां होवन। जिन्हां संगतां ने तीनों दिन जिथे गुरु रामदास साहिब सच्चे पातशाह का प्रकाश पुरब मनाया है, उत्थे नाल ही असीं कौम के महान शहीद भाई साहब भाई सुखदेव सिंह जी सुखा अते भाई साहब भाई हरजिंदर सिंह जी जिंदा, उन्हां दी महान शहादत नूं भी कोटान कोट आपां सिजदा करदे हां। गुरु चरनां विच अरदास बेनती करांगे। आओ बाकी दा रहिंदा समां आपां वीर अमरजीत सिंह जी सैकटरी साहब तिन्हां पासों श्रवण करिए जी। सो वीर भाई साहब भाई अमरजीत सिंह जी जिन्हां ने मास्टर जी स्कूल विच जो मंटीके तो हैं, ये सारा उन्होंने जो संगत नूं नाल अपने लैके गुरु रामदास सच्चे पातशाह जी का प्रकाश पुरब उन्होंने ये प्रेरणा दी सारिਆਂ ਨੂੰ। कुछ किसी काम नूं कर लई तुहानूं कोई आगू तो चुनना ही पएगा, वो भावें कुछ समय लई भावें साल बाद ही है। उन्होंने प्रेरणा की है, उन्हों भी धन्यवाद है। गुरु नाल उन्होंने जोड़िया है, कितना वधिया उन्होंने बाहर प्रबंध किया गुरु घर विच। पातशाह जी कृपा करन जी, उन्होंने भी चढ़दी कला बख्शिश करन। वाहिगुरू जी का खालसा वाहिगुरू जी की फतेह। जाको हार रंग लागो इस युग में सो कहिए है सुधा आत्म जिने सगल पास ताके जहाँ का सतगुर पूरा। गुरु प्यारे साहब संगत जी वाहिगुरू जी का खालसा वाहिगुरू जी की फतेह। तहत धन्यवादी हाँ भाई साहब भाई गुरसेवक सिंह जी उन्होंने जिन्होंने संगतां नूं गुरु चादर दे नाल जोड़िया। गुरु रामदास जी महाराज का प्रकाश पर्व आप मना रहे हैं। उन्होंने कथा उन्होंने जीवन कथा संगतां दे नाल साझी की है। तो तहत धन्यवादी हाँ सारे परिवारों का जिन्होंने रल मिल के जो ये बड़ा प्रोग्राम करते हैं हरेक साल, जिन्होंने उन्होंने सेवा की है। सारे परिवारों का गुरुद्वारा साहब की मैनेजमेंट वालों तहत दिलों धन्यवाद किया जाता है। गुरु पातशाह कृपा करन सारिਆਂ ਨੂੰ चढ़ती कला बख्शण। इस तो पहला कि अपने पास
जो अपने पंजाबी स्कूल के संचालक भाई साहब भाई सरिंदर सिंह जी हैं, उन्होंने भी 5 मिनट संगतां दे लैणे हैं।